जी का खालसा वाहिगुरू जी की फतेह जी। ਕੀ ਨਾਮ ਹੈ ਤੁਹਾਡਾ ਜੀ? ਭਾਈ ਹਰਦੇਵ ਸਿੰਘ ਜੀ ਕਲਸੀਆਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਕਲਸੀਆਂ ਪਿੰਡ ਜੀ, ਲੁਧਿਆਣੇ ਜ਼ਿਲ੍ਹੇ ਦਾ। ਤੁਸੀਂ ਅੰਦੋਲਨ ਦੇ ਵਿੱਚ ਆਏ ਹੋ, ਤੁਸੀਂ ਇੱਧਰ ਵੀ ਗਏ ਆ, ਲਗਭਗ 15-20 ਕਿਲੋਮੀਟਰ ਦੂਰ ਤੁਸੀਂ ਜਾਂਦੇ ਹੋ। ਜੀ। ਇੱਥੇ ਸਿੱਖ ਸਿਆਸਤ ਦੇ ਵੱਲੋਂ ਇੱਕ ਕਿਤਾਬਾਂ ਦਾ ਫ੍ਰੀ ਲੰਗਰ ਲਗਾਇਆ ਹੈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਬਹੁਤ ਵੱਡਾ ਯੋਗਦਾਨ ਇਸ ਅੰਦੋਲਨ 'ਚ ਪਾਇਆ ਜਾ ਰਿਹਾ ਜੀ। ਮੈਂ ਕੱਲ ਤੋਂ ਇੱਥੇ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਜੋ ਕੁਝ ਦੇਖਣ ਨੂੰ ਮਿਲਿਆ ਉਹ ਕਿਹਾ ਨਹੀਂ ਜਾ ਸਕਦਾ, ਕਹਿਣ ਤੋਂ ਭਾਵੀ ਬਿਆਨ ਤੋਂ ਪਰੇ ਹੈ। ਜਿੱਥੇ ਪਹਿਲਾਂ ਵੀ ਭਾਈ ਸਾਹਿਬ ਨੇ ਦੱਸ ਕੇ ਗਏ ਵੀ ਲੰਗਰ ਤਨ ਦੇ ਲਾਏ ਗਏ ਨੇ, ਉੱਥੇ ਸਾਡੀ ਆਤਮਿਕ ਖੁਰਾਕ ਦੇ ਵਾਸਤੇ ਵੀ ਬੜੇ ਵੱਡੇ ਪੱਧਰ ਤੇ ਇਹ ਕਿਤਾਬਾਂ ਦਾ ਲੰਗਰ, ਜਿਹੜਾ ਕਿ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਅੱਜ ਸਾਡੀ ਜਨਰੇਸ਼ਨ ਹੈ ਜਿਹੜੀ ਉਹ ਸਾਡੇ ਇਤਿਹਾਸ ਤੋਂ ਕਿਤੇ ਕੋਹਾਂ ਦੂਰ ਹੈ। ਜੇ ਅੱਜ ਉਹਨਾਂ ਨੂੰ ਸੁਚੇਤ ਕਰਨਾ ਤਾਂ ਸਭ ਤੋਂ ਵਧੀਆ ਮੈਂ ਕਹਿੰਦਾ ਇਹੀ ਜ਼ਰੀਆ ਵੀ ਕਿਤਾਬਾਂ ਪੜ੍ਹਨ ਦੇ ਅਸੀਂ ਆਦੀ ਬਣੀਏ ਤੇ ਹਰ ਰੋਜ਼ ਤਾਂ ਤੇ ਅਸੀਂ ਨਵੀਂ ਅਪਡੇਟ ਦੇ ਨਾਲ ਜੁੜ ਸਕੀਏ, ਸਮੇਂ ਦੇ ਮੁਤਾਬਕ ਅਸੀਂ ਗੱਲ ਕਰਨ ਦੇ ਯੋਗ ਬਣ ਸਕਦੇ ਹਾਂ। ਕਿਤਾਬਾਂ ਇੱਕ ਗੁਰਸਿੱਖ ਦਾ ਜਾਂ ਹਰ ਸਿੱਖ ਦਾ ਜਾਂ ਹਰ ਇੱਕ ਕਾਮਨ ਮੈਨ ਦਾ ਉਹ ਹਿੱਸਾ ਹੈ ਜਿਹਦੇ ਵਿੱਚੋਂ ਗਿਆਨ ਲੈ ਕੇ ਬੰਦਾ ਆਪਣੇ ਜੀਵਨ ਨੂੰ ਆਤਮਿਕ ਤਲ ਦੇ ਉੱਤੋਂ ਬੜਾ ਉੱਪਰ ਲਿਜਾ ਸਕਦਾ ਹੈ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੇ ਸਾਡੇ ਨੌਜਵਾਨਾਂ ਦੇ ਵਿੱਚ, ਆਪਾਂ ਵੀ ਉਹਨਾਂ ਦੇ ਵਿੱਚ ਆਉਨੇ ਆ, ਅਸੀਂ ਸਾਹਿਤ ਤੋਂ ਦੂਰ ਰਹੇ ਹਾਂ, ਅਸੀਂ ਆਪਣੇ ਜੋ ਸਾਡਾ ਇਤਿਹਾਸ, ਸਾਡਾ ਸ਼ਾਨਾ ਮਤਾ ਇਤਿਹਾਸ ਹੈ, ਉਸ ਤੋਂ ਅਸੀਂ ਜਾਣੂ ਕਿਤੇ ਨਾ ਕਿਤੇ ਨਹੀਂ ਹੋ ਸਕੇ ਜੀ। ਭਾਈ ਸਾਹਿਬ ਜੀ, ਉਹ ਮਨਦੀਪ ਸਿੰਘ ਜੀ, ਮੈਂ ਇਸ ਗੱਲ ਦੇ ਨਾਲ ਬੜਾ ਤੁਹਾਡੇ ਨਾਲ ਸਪਸ਼ਟ ਸਹਿਮਤ ਹਾਂ, ਸਪਸ਼ਟੀ ਪ੍ਰਗਟ ਕਰਦਾ। ਉਹਦਾ ਕਾਰਨ ਕਿ ਸਾਡੀ ਜਨਰੇਸ਼ਨ, ਸਾਡੀ ਨੌਜਵਾਨ ਪੀੜ੍ਹੀ ਸਾਡੇ ਵਿਲੱਖਣ ਇਤਿਹਾਸ ਤੋਂ ਬੜੀ ਦੂਰ ਹੈ। ਉਹਦਾ ਕਾਰਨ ਕੀ ਬਣਿਆ? ਕਿਉਂਕਿ ਸਾਡੇ ਅੰਦਰ ਚਿਣਕ ਜਿਹੜੀ ਹੈ, ਚਿਣਕ ਪੜ੍ਹਨ ਦੀ ਨਹੀਂ ਰਹੀ। ਜੋ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਆ ਗਏ ਜਾਂ ਅੱਜ ਦਾ ਮੀਡੀਆ ਆ ਗਿਆ, ਅਸੀਂ ਸੋਸ਼ਲ ਮੀਡੀਆ ਦੇ ਵਿੱਚ, ਸੋਸ਼ਲ ਸਾਈਟਾਂ 'ਚ ਇੰਨੇ ਕੁ ਉਲਝ ਗਏ ਕਿ ਅਸੀਂ ਆਪ ਕੁਝ ਇਕੱਠਾ ਕਰਨਾ ਨਹੀਂ ਚਾਹੁੰਦੇ। ਅੱਜ ਕੁਝ ਪੜ੍ਹ ਕੇ, ਖੋਜ ਕੇ, ਆਪਣੀ ਬੰਦੇ ਦੀ ਖੋਜ ਬਿਲਕੁਲ ਬਹੁਤ ਜ਼ੀਰੋ ਹੋ ਚੁੱਕੀ ਹੈ। ਵਿਰਲੇ ਬੰਦਿਆਂ ਨੂੰ ਛੱਡ ਕੇ ਮੈਂ ਬੇਨਤੀ ਕਰਨੀ ਚਾਹੁੰਦਾ, ਅੱਜ ਅਸੀਂ ਇੱਥੇ ਸੰਘਰਸ਼ ਦੇ ਵਿੱਚ ਪਹੁੰਚੇ, ਮੇਰੇ ਨਾਲ ਉੱਚ ਸ਼ਖਸੀਅਤ ਆ ਜਿਨ੍ਹਾਂ ਤੋਂ ਮੈਂ ਆਪ ਜੀ ਨੂੰ ਜਾਣੂ ਕਰਵਾਉਣਾ ਚਾਹੁੰਦਾ। ਇਹ ਹੈੱਡ ਮਾਸਟਰ ਜੋ ਕਿ ਗੁਰਪ੍ਰੀਤ ਸਿੰਘ ਜੀ ਨੇ, ਇਹ ਭਾਈ ਸਾਹਿਬ ਜੀ ਸੁਧਾਰਾ ਜੀ ਜਿਹੜੇ ਨੇ, ਇਹ ਸਾਡੇ ਨਾਲ, ਇਹ ਵੀ ਹੈੱਡ ਮਾਸਟਰ ਦੀ ਜੌਬ ਕਰਦੇ ਨੇ। ਸਾਡੀ ਪੂਰੀ ਟੀਮ ਇੱਥੇ ਇਸ ਸੰਘਰਸ਼ ਦੇ ਵਿੱਚ ਪਹੁੰਚੀ ਹੈ, ਜਿਹੜੇ ਕਿ ਬਾ ਕਮਾਲ ਵਿਦਿਆ ਦੇ ਦਾਤੇ ਨੇ ਕਹਿ ਸਕਦੇ, ਜਿਹੜੇ ਕਿ ਬੱਚਿਆਂ ਨੂੰ ਆਪਣਾ ਯੋਗਦਾਨ ਪਾ ਕੇ ਬੱਚਿਆਂ ਨੂੰ ਇਸ ਵਾਸਤੇ, ਪੜ੍ਹਨ ਦੇ ਵਾਸਤੇ ਤੇ ਅੱਗੇ ਆਪਣੇ ਜੀਵਨ ਨੂੰ ਉੱਚ ਪੱਧਰ ਤੇ ਲਿਜਾਣ ਵਾਸਤੇ ਜਿਹੜੇ ਪ੍ਰੇਰਿਤ ਕਰਦੇ ਨੇ। ਇਹਨਾਂ ਦੀ ਕੁਆਲੀਫਿਕੇਸ਼ਨ ਤਾਂ ਦੱਸਣ ਤੋਂ ਪਰੇ ਹੈ। ਐਮਏ ਇਹਨਾਂ ਨੇ ਹਿਸਟਰੀ ਦੇ ਵਿੱਚ, ਪੋਲੀਟੀਕਲ ਦੇ ਵਿੱਚ ਤੇ ਐਮਏ ਇਤਿਹਾਸ ਦੇ ਵਿੱਚ ਕੀਤੀ ਹੈ ਤੇ ਐਮਏ ਬੀਐਡ ਜਿਹੜੇ ਕਿ ਆਪਣੇ ਅਹੁਦੇ ਨੂੰ ਨਿਭਾਜਦੇ ਨੇ। ਤੇ ਅੱਜ ਅਸੀਂ ਇਹਨਾਂ ਦੇ ਨਾਲ ਇਸ ਅੰਦੋਲਨ 'ਚ ਪਹੁੰਚੇ ਤੇ ਆਪਣੇ ਆਪ ਮਾਣ ਮਹਿਸੂਸ ਕਰਦੇ ਹਾਂ। ਮੈਂ ਚਾਹੁੰਦਾ ਵੀ ਇਹ ਵੀ ਆਪਣਾ ਜਿਹੜਾ ਵਿਚਾਰ ਇੱਥੇ ਸੰਗਤ ਦੇ ਸਾਹਮਣੇ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਹੱਥ ਦੇ ਵਿੱਚ ਵੀ ਨਵਾਬ ਕਪੂਰ ਸਿੰਘ ਦੀ ਕਿਤਾਬ ਹੈ ਔਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਵਾਹ ਜੀ ਵਾਹ, ਔਰ ਖਾਲਸਾ ਰਾਜ ਦੇ ਉਸਰਈਏ, ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਤੁਹਾਡੇ ਹੱਥ ਦੇ ਵਿੱਚ, ਔਰ ਚੜ੍ਹਦੀ ਕਲਾ ਵਾਲਾ ਤੁਹਾਡਾ ਸਰੂਪ ਦੱਸਦਾ ਹੈ ਕਿ ਤੁਸੀਂ ਇਹਨਾਂ ਦੇ ਵਿੱਚ ਕਿੰਨਾ ਵਿਸ਼ਵਾਸ ਔਰ ਭਰੋਸਾ ਰੱਖਦੇ ਹੋ। ਕੀ ਕਹਿਣਾ ਚਾਹੋਗੇ ਜੋ ਸਿੱਖ ਸਿਆਸਤ ਨੇ ਅੱਜ ਕਿਤਾਬਾਂ ਦਾ ਲੰਗਰ ਲਗਾਇਆ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸੱਚੇ ਪਾਤਸ਼ਾਹੀ ਦੀ ਅਪਾਰ ਬਖਸ਼ਿਸ਼ ਹੋਈ ਕਿ ਸਾਡੇ ਸਮਾਜ ਦੇ ਵਿੱਚ ਅਗਾਂਹ ਵਧੂ ਸੂਝਵਾਨ ਸਾਥੀਆਂ ਨੂੰ ਇਸ ਪਾਸੇ ਧਿਆਨ ਆਇਆ ਕਿ ਹੋਰ ਲੰਗਰ ਤਾਂ ਬਹੁਤ ਚੱਲ ਰਹੇ ਆ, ਇੱਕ ਕਿਤਾਬਾਂ ਦੇ ਲੰਗਰ ਦੀ ਜ਼ਰੂਰਤ ਹੈ। ਤੇ ਉਪਰਾਲੇ ਤਾਂ ਸਾਰੇ ਹੀ ਸੋਹਣੇ ਆ, ਲੰਗਰ ਤਾਂ ਹਰ ਕਿਸਮ ਦਾ ਹੀ ਸੋਹਣਾ ਹੈ, ਪਰ ਇੱਕ ਵਿਲੱਖਣ ਕਿਸਮ ਦਾ ਲੰਗਰ ਹੈ ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਮੇਰਾ ਖਿਆਲ ਹੈ ਘੱਟ ਹੈ। ਜਿੱਥੋਂ ਤੱਕ ਗੱਲ ਕੀਤੀ ਜਾਵੇ ਇਤਿਹਾਸ ਦੀਆਂ ਕਿਤਾਬਾਂ ਦੀ, ਅਸੀਂ ਆਮ ਆਪਣੇ ਪਰਿਵਾਰ ਦੇ ਵਿੱਚ ਦੇਖੀਏ, ਮਾਤਾ ਜਾਂ ਪਿਤਾ ਆਪਣੇ ਬੱਚਿਆਂ ਨੂੰ ਆਪਣੇ ਖਾਨਦਾਨ ਦਾ ਇਤਿਹਾਸ ਦੱਸਦੇ ਆ ਕਿ ਦਾਦੇ ਨੇ ਆਹ ਕੀਤਾ, ਪੜਦਾਦਾ ਜੀ ਇਸ ਤਰ੍ਹਾਂ ਸੀ। ਪਰ ਅਫਸੋਸ ਹੁੰਦਾ ਜਦੋਂ ਅਸੀਂ ਆਪਣੇ ਖਾਨਦਾਨ ਤੱਕ ਸੀਮਤ ਹੋ ਜਾਂਦੇ ਆ, ਕੌਮ, ਪੰਥ, ਵਿਰਸਾ, ਤੇ ਉਦੋਂ ਸਾਡਾ ਪੂਰਾ ਇਤਿਹਾਸ ਨਹੀਂ ਦੱਸਦੇ। ਸਿਰਫ ਇੱਕ ਛੋਟੀ ਜੀ ਟੁਕੜੀ ਆਪਣੇ ਪਰਿਵਾਰ ਦਾ ਇਤਿਹਾਸ ਦੱਸ ਕੇ ਆਪਣੇ ਸਮਾਪਤੀ ਕਰ ਦਿੰਦੇ ਆ, ਕਹਿ ਸਕਦੇ ਆ। ਦੂਸਰੀ ਗੱਲ ਇਹ ਹੈ, ਜਦੋਂ ਕਿਤਾਬ ਲਿਖੀ ਜਾਂਦੀ ਹੈ ਤਾਂ ਕੁਦਰਤੀ ਜੀ ਗੱਲ ਹੈ ਕਿ ਅਗਰ ਉਹ ਵਿਦਵਾਨ ਨੇ ਲਿਖੀ ਹੈ ਤਾਂ ਬਹੁਤ ਲੰਬੀ ਚੌੜੀ ਖੋਜਬੀਨ ਕਰਕੇ ਬਰੀਕ ਤੋਂ ਬਰੀਕ ਪੱਧਰ ਤੱਕ ਜਾ ਕੇ ਡੂੰਘੀਆਂ ਤੰਦਾਂ ਨੂੰ ਫਰੋਲ ਕੇ ਉਲਝੀਆਂ ਨੂੰ ਸੁਲਝਾ ਕੇ ਕਿਤਾਬ ਬਣਦੀ ਹੈ। ਪਰ ਜਦੋਂ ਅਸੀਂ ਉਸ ਕਿਤਾਬ ਦੇ ਵਿਚਲਾ ਗਿਆਨ ਕਿਸੇ ਬੁਲਾਰੇ ਦੇ ਮੂੰਹੋਂ ਸੁਣਦੇ ਹਾਂ ਤਾਂ 250, 300, 400 ਪੇਜ ਦੀ ਕਿਤਾਬ ਨੂੰ ਇਸ ਦੁਨੀਆ ਦੇ ਉੱਤੇ ਕੋਈ ਵੀ ਬੁਲਾਰਾ 2 ਜਾਂ 4 ਲਾਈਨਾਂ 'ਚ ਬਿਆਨ ਨਹੀਂ ਕਰ ਸਕਦਾ। ਤੇ ਸੁਭਾਵਿਕ ਹੀ ਹੈ ਕਿ ਕਿਤੇ ਨਾ ਕਿਤੇ ਉਹਦੇ ਵਿੱਚੋਂ
ਵੱਡਾ ਹਿੱਸਾ ਜਿਹੜਾ ਹੈ ਉਹ ਮਿਸ ਹੋ ਜਾਂਦਾ। ਤੇ ਇਸ ਕਰਕੇ ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਖੁਦ ਕਿਤਾਬਾਂ ਪੜ੍ਹੀਏ। ਕਿਤਾਬਾਂ ਜੇ ਤੁਸੀਂ ਸੋਚੋ ਕਿ ਸਾਨੂੰ ਪੜ੍ਹਨ ਦਾ ਸ਼ੌਂਕ ਨਹੀਂ, ਸਾਡੇ ਬੱਚੇ ਪੜ੍ਹਨ, ਤੇ ਮਾਫ ਕਰਨਾ ਇਹ ਨਹੀਂ ਹੋ ਸਕਦਾ। ਬੱਚਿਆਂ ਨੇ ਸਾਨੂੰ ਨਕਲ ਕਰਨੀ ਹੈ। ਜੇ ਮਾਂ ਕਿਤਾਬ ਨਹੀਂ ਪੜ੍ਹਦੀ, ਬਾਪੂ ਕਿਤਾਬ ਨਹੀਂ ਪੜ੍ਹਦਾ, ਪਿਤਾ ਕਿਤਾਬ ਨਹੀਂ ਪੜ੍ਹਦਾ, ਇਹ ਆਸ ਨਾ ਰੱਖੋ ਕਿ ਬੱਚੇ ਕਿਤਾਬ ਪੜ੍ਹਨਗੇ। ਮੈਂ ਇੱਕ ਗੱਲ ਹੋਰ ਪੁੱਛਣੀ ਚਾਹਾਂਗਾ, ਬਹੁਤ ਸਾਰੇ ਨੌਜਵਾਨ ਇਦਾਂ ਦੇ ਕਹਿੰਦੇ ਸਾਡੀ ਦਿਲਚਸਪੀ ਨਹੀਂ ਬਣਦੀ, ਅਸੀਂ ਪੜ੍ਹਨਾ ਚਾਹੁੰਦੇ ਆ ਪਰ ਸਾਡੀ ਦਿਲਚਸਪੀ ਨਹੀਂ ਬਣਦੀ, ਪਰ ਪੜ੍ਹਨੀਆਂ ਬਹੁਤ ਜ਼ਰੂਰੀ ਆ, ਆਪਣੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਆ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੀ ਦਿਲਚਸਪੀ ਨਹੀਂ ਬਣਦੀ? ਉਹਦੇ ਵਿੱਚ ਇਸ ਤਰੀਕੇ ਨਾਲ ਫਿਰ ਗੱਲ ਆ ਗਈ ਦਿਲਚਸਪੀ। ਜਦੋਂ ਅਸੀਂ ਜਨਮ ਲਿਆ ਸੀ, ਪ੍ਰਸ਼ਾਦਾ ਛਕਣ ਦਾ ਵੱਲ ਸਾਨੂੰ ਇੱਕੋ ਦਿਨ ਚ ਨਹੀਂ ਸੀ ਆ ਗਿਆ। ਹੌਲੀ ਹੌਲੀ ਉਹਨਾਂ ਨੂੰ ਬਾਈਟ ਦੇ ਤੌਰ ਤੇ, ਟੁਕੜੀ ਦੇ ਤੌਰ ਤੇ ਛੋਟਾ ਛੋਟਾ ਇਸ ਦਾ ਹਿੱਸਾ ਦਿੱਤਾ ਜਾ ਸਕਦਾ ਹੈ। ਇੱਕ ਉਦਾਹਰਨ ਦੇ ਤੌਰ ਤੇ ਤੁਸੀਂ ਈਸਾਈ ਮਿਸ਼ਨਰੀਆਂ ਨੂੰ ਵੇਖ ਸਕਦੇ ਜੇ, ਛੋਟੇ ਛੋਟੇ ਪੈਂਫਲੇਟ ਛਪਾ ਕੇ ਵੰਡੇ ਜਾ ਰਹੇ ਆ। ਬੇਸ਼ੱਕ ਬੱਸ ਦੇ ਵਿੱਚ ਬੈਠੇ ਆ, ਟ੍ਰੇਨ 'ਚ ਸਫ਼ਰ ਕਰ ਰਹੇ ਆ, ਛੋਟਾ ਜਿਹਾ ਪੈਂਫਲੇਟ ਸਾਡੇ ਹੱਥ ਆਉਂਦਾ, ਅਸੀਂ 2-4 ਮਿੰਟ ਦਾ ਸਮਾਂ ਲਾ ਕੇ ਉਸ ਨੂੰ ਪੜ੍ਹ ਲੈਂਦੇ ਆ। ਉਹਨੂੰ ਇੱਕ ਸ਼ੁਰੂਆਤ ਦੇ ਤੌਰ ਤੇ ਅਸੀਂ ਲੈ ਸਕਦੇ ਆ। ਇੱਕ ਸਾਖੀ ਕਹਾਣੀਆਂ ਛੋਟੇ ਰੂਪਾਂ ਦੇ ਵਿੱਚ ਇੱਕ ਪਰਚਿਆਂ ਦੇ ਤੌਰ ਤੇ ਛਪਵਾ ਕੇ ਵੰਡੀਆਂ ਜਾ ਸਕਦੀਆਂ ਨੇ। ਤੇ ਦੂਸਰੀ ਗੱਲ ਇਹ ਹੈ, ਪਿੰਡ ਪੱਧਰ ਤੇ, ਬਲਾਕ ਪੱਧਰ ਤੇ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਸਕਦੀਆਂ ਨੇ। ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ ਇਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਦਿਸੇਗਾ। ਇੱਕੋ ਦਿਨ ਫਸਲ ਬੀਜ ਕੇ ਅਸੀਂ ਉਸੇ ਦਿਨ ਵੱਢਣ ਦੀ ਆਸ ਨਹੀਂ ਰੱਖ ਸਕਦੇ, ਕੋਈ ਸਮਾਂ ਲੱਗਦਾ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਭਾਈ ਸਾਹਿਬ ਆਪਣੇ ਨਾਲ ਨੇ ਔਰ ਗੁਰਸਿੱਖ ਨੇ ਗੱਲ ਕਰਨੀ ਚਾਹੁੰਦੇ ਆ। ਕੀ